ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 390 ਤੋਂ ਲੈ ਕੇ 391 ਤੱਕ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ। ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ। ठाकर स्यों जा की बन आई, भोजन पूरन रहे अघाई। कछु न थोरा हर भगतन को, खात खर्चत बिलशत देवन को रहाओ। हाँ जी संगत जी, पंचम पातशाह कहते ने जिस जीव ਦੀ ਕਹਿੰਦੇ ਪ੍ਰੀਤ ਉਸ ਪਰਮਾਤਮਾ ਨਾਲ ਪੈ ਗਈ, ਜਿਹਨੂੰ ਪਰਮਾਤਮਾ ਦੇ ਨਾਲ ਸਾਂਝ ਪੈ ਗਈ, ਕਹਿੰਦੇ ਫਿਰ ਉਹਨੇ ਨਾਮ ਰੂਪੀ ਅੰਮ੍ਰਿਤ ਦਾ ਭੋਜਨ ਛਕਿਆ। ਕਹਿੰਦੇ ਫਿਰ ਉਹਦੀਆਂ ਸਾਰੀ ਜਿਹੜੀ ਹੈਗੀ ਆ ਨਾ ਤ੍ਰਿਸ਼ਨਾ, ਮਾਇਆ ਦਾ ਮੋਹ ਸਭ ਕੁਝ ਖਤਮ ਹੋ ਗਿਆ, ਉਹ ਤ੍ਰਿਪਤ ਹੋ ਗਿਆ। ਕਹਿੰਦੇ ਉਹਦੇ ਕੋਲ ਭਗਤੀ ਦੇ ਖਜ਼ਾਨੇ ਇੰਨੇ ਨੇ ਕਿ ਵੀ ਉਹ ਖਤਮ ਨਹੀਂ ਹੁੰਦੇ। ਉਹ ਕਹਿੰਦੇ ਭਗਤੀ ਦੇ ਖਜ਼ਾਨਿਆਂ ਨਾਲ ਭਰਪੂਰ ਹੋ ਜਾਂਦਾ। ਉਹ ਆਪ ਵੀ ਆਨੰਦ ਮਾਣਦਾ ਅਤੇ ਦੂਸਰਿਆਂ ਨੂੰ ਵੀ ਆਨੰਦ ਵੰਡਣ ਜੋਗਾ ਹੋ ਜਾਂਦਾ ਭਗਤੀ ਦਾ, ਜੋ ਉਹਨੂੰ ਭਗਤੀ ਦਾ ਕੀਤਿਆਂ ਆਨੰਦ ਪ੍ਰਾਪਤ ਹੋਇਆ। ਜਾ ਕਾ ਧਨੀ ਅਗੰਮ ਗੁਸਾਈ, ਮਾਨਕ ਕੀ ਕਹੋ ਕੇਤ ਚਲਾਈ। ਕਹਿੰਦੇ ਜਿਹਦਾ ਰਾਖਾ ਉਹ ਅਪਹੁੰਚ ਪਰਮਾਤਮਾ ਬਣ ਗਿਆ, ਉਹਦਾ ਕਹਿੰਦੇ ਹੋਰ ਕੋਈ ਮਨੁੱਖ ਕੀ ਵਿਗਾੜ ਸਕਦਾ। ਜਾ ਕੀ ਸੇਵਾ ਦਸ ਅਸ਼ਟ ਸਿਧਾਈ, ਪਲਕ ਦ੍ਰਿਸ਼ਟ ਤਾ ਕੀ ਲਾਗੋ ਪਾਈ। ਕਹਿੰਦੇ ਜਿਸ ਪਰਮਾਤਮਾ ਦੀ ਸੇਵਾ ਭਗਤੀ ਕਰਨ ਦੇ ਨਾਲ ਤੁਹਾਨੂੰ 18 ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਕਹਿੰਦੇ ਉਹਦੇ ਚਰਨਾਂ ਦਾ ਇੱਕ ਪਲ ਲਈ ਧਿਆਨ ਰੱਖ ਲਓ, ਉਹਨੂੰ ਚੇਤੇ 'ਚ ਵਸਾ ਲਓ। ਕਹਿੰਦੇ ਜਾ ਕੋ ਦਿਆ ਕਰੋ ਮੇਰੇ ਸੁਆਮੀ, ਕਹੋ ਨਾਨਕ ਨਾਹੀ ਤਿਨ ਕਾਮੀ। ਨਾਨਕ ਜੀ ਕਹਿੰਦੇ ਨੇ ਜਿਸ ਜੀਵ 'ਤੇ ਮੇਰਾ ਪਰਮੇਸ਼ਰ ਦਇਆ ਦੀ ਦ੍ਰਿਸ਼ਟੀ ਕਰਦਾ, ਮਿਹਰ ਦੀ ਨਜ਼ਰ ਨਾਲ ਤੱਕਦਾ, ਉਹਨੂੰ ਕਹਿੰਦੇ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ। ਆਸਾ ਮਹੱਲਾ ਪੰਜਵਾਂ। ਜਿਉ ਮੈਂ ਆਪਣਾ ਸਤਿਗੁਰ ਧਿਆਇਆ, ਤਬ ਮੇਰੇ ਮਨ ਮਹਾ ਸੁਖ ਪਾਇਆ। ਮਿਟ ਗਈ ਗਣਤ ਬਿਨਸਾਇਓ ਸੰਸਾ, ਨਾਮ ਰਤੇ ਜਨ ਭੈ ਭਗਵੰਤਾ। ਮਿਟ ਗਈ ਗਣਤ ਬਿਨਾਸਿਓ ਸੰਸਾ, ਨਾਮ ਰਤੇ ਜਨ ਭੈ ਭਗਵੰਤਾ ਰਹਾਓ। ਕਹਿੰਦੇ ਜਦੋਂ ਮੈਂ ਆਪਣੇ ਸਤਿਗੁਰ ਦੇ ਚਰਨਾਂ ਦਾ ਧਿਆਨ ਧਰਿਆ, ਸਤਿਗੁਰ ਦੇ ਸ਼ਰਨ ਲਈ ਆ, ਕਹਿੰਦੇ ਮੇਰੇ ਮਨ ਨੂੰ ਬਹੁਤ ਸੁੱਖ ਪ੍ਰਾਪਤ ਹੋਇਆ। ਮੇਰੇ ਸਾਰੇ ਸੰਸੇ ਭਰਮ ਖਤਮ ਹੋ ਗਏ ਨੇ। ਕਹਿੰਦੇ ਜਿਹੜੇ ਜੀਵ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ, ਉਹ ਭਾਗਾਂ ਵਾਲੇ ਨੇ। ਕਹਿੰਦੇ ਜੋ ਮੈਂ ਆਪਣਾ ਸਾਹਿਬ ਚੀਤ, ਤੋ ਪਉ ਮਿਟਿਓ ਮੇਰੇ ਮੀਤ। ਕਹਿੰਦੇ ਹੇ ਮੇਰੇ ਮਿੱਤਰ, ਜਦੋਂ ਤੋਂ ਕਹਿੰਦੇ ਉਹ ਪਰਮਾਤਮਾ ਮੇਰੇ ਚਿੱਤ ਵਿੱਚ ਵਸ ਗਿਆ, ਮੇਰੇ ਡਰ ਖਤਮ ਹੋ ਗਏ ਨੇ। ਜੋ ਮੈਂ ਓਟ ਗਈ ਪ੍ਰਭ ਤੇਰੀ, ਤਾਂ ਪੂਰਨ ਹੋਈ ਮਨਸਾ ਮੇਰੀ। ਕਹਿੰਦੇ ਹੇ ਪਰਮੇਸ਼ਰ ਜੀ, ਜਦੋਂ ਤੋਂ ਮੈਂ ਤੇਰਾ ਆਸਰਾ ਤੱਕ ਲਿਆ, ਬਾਕੀ ਸਾਰੇ ਆਸਰੇ ਛੱਡ ਕੇ ਤੇਰੇ 'ਤੇ ਹੋ ਗਿਆ, ਕਹਿੰਦੇ ਉਦੋਂ ਤੋਂ ਮੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਦੇਖ ਚਲਤ ਮਨ ਪਏ ਦਿਲਾਸਾ, ਨਾਨਕ ਦਾਸ ਤੇਰਾ ਪਰਵਾਸਾ। ਕਹਿੰਦੇ ਹੇ ਪਰਮੇਸ਼ਰ ਜੀ, ਤੇਰੇ ਚੋਜ, ਤੇਰੇ ਕੌਤਕ ਦੇਖ ਕੇ ਮੇਰੇ ਮਨ ਨੂੰ ਕਹਿੰਦੇ ਹੌਸਲਾ ਹੁੰਦਾ ਕਿ ਮੇਰਾ ਪਰਮਾਤਮਾ ਮੇਰੀ ਸਭ ਕੁਛ ਇੱਛਾ, ਮੇਰਾ ਸਭ ਕਾਰਜ ਸੰਪੂਰਨ ਕਰਨ ਦੇ ਸਮਰੱਥ ਆ। ਕਹਿੰਦੇ ਮੈਨੂੰ ਤੇਰੇ 'ਤੇ ਫਿਰ ਕਹਿੰਦੇ ਭਰੋਸਾ ਵੱਧ ਜਾਂਦਾ, ਤੇਰੇ ਕਹਿੰਦੇ ਜਿਹੜੇ ਅਸਚਰਜ ਕੌਤਕ ਦੇਖ ਕੇ। ਆਸਾ ਮਹੱਲਾ ਪੰਜਵਾਂ। ਅਨ ਦਿਨ ਮੂਸਾ ਲਾਜ ਟੁਕਾਈ, ਗਿਰਤ ਕੂਪ ਮਹਿ ਖਾਏ ਮਿਠਾਈ।
ਸੋਚਿਤ ਸਾਚਿਤ ਰੈਨ ਬਿਹਾਨੀ, ਅਨੇਕ ਰੰਗ ਮਾਇਆ ਕੇ ਚਿਤਵਤ, ਕਭੂ ਨ ਸਿਮਰੈ ਸਾਰਿੰਗ ਪਾਨੀ ਰਹਾਓ। ਕਹਿੰਦੇ ਜੀਵ ਸੰਸਾਰਿਕ ਪਦਾਰਥਾਂ ਦੇ ਖੂਹ ਵਿੱਚ ਡਿੱਗਿਆ, ਜਿਵੇਂ ਕਹਿੰਦੇ ਉਹਨਾਂ ਦੇ ਆਨੰਦ ਮਾਣ ਰਿਹਾ। ਕਹਿੰਦੇ ਜਿਹੜਾ ਹੈਗੀ ਆ ਉਮਰ ਰੂਪੀ ਕਹਿੰਦੇ ਜਿਹੜਾ ਚੂਹਾ, ਉਹ ਮਤਲਬ ਘਟਾਈ ਜਾਂਦਾ ਦਿਨ ਜੀਵਨ ਦੇ। ਉਹ ਕਹਿੰਦੇ ਜਿਹੜੀ ਹੈਗੀ ਆ ਉਮਰ ਦੀ ਜਿਹੜੀ ਲੱਜ ਹੈਗੀ ਆ ਕਹਿੰਦੀ, ਉਹ ਕਹਿੰਦੇ ਵੀ ਉਹਨੂੰ ਟੁੱਕੀ ਜਾ ਰਹੇ ਨੇ, ਜਿਹੜੇ ਦਿਨ ਭੱਜੇ ਜਾ ਰਹੇ ਨੇ। ਜਿੱਦਾਂ ਹੁਣ ਜਿਸ ਤਰ੍ਹਾਂ ਆਪਾਂ ਸਮਝੋ ਵੀ ਕਿਸੇ ਦੀ ਮੰਨ ਲਓ ਉਮਰ 70 ਸਾਲ ਦੀ ਹੋਣੀ ਹੈ, ਜਿਸ ਦਿਨ ਤੋਂ ਜਨਮ ਲੈ ਲਿਆ ਉਸ ਦਿਨ ਤੋਂ ਘਟਦੀ ਜੀ ਘਟਣੀ ਸ਼ੁਰੂ ਹੋ ਜਾਣੀ ਹੈ ਨਾ, ਵਧਣੀ ਥੋੜ੍ਹਾ ਆ। ਇਹ ਆਪਾਂ ਨੂੰ ਭੁਲੇਖਾ ਹੁੰਦਾ ਕਿ ਹੁਣ ਬੱਚਾ 10 ਤੋਂ 15 ਸਾਲਾਂ ਦਾ ਹੋ ਗਿਆ, ਪਰ ਉਮਰ ਤਾਂ ਦੂਜੇ ਪਾਸਿਓਂ ਘਟ ਰਹੀ ਹੈ। ਜਿਹੜੇ ਸਾਹ ਮਿਲੇ ਹੋਏ ਨੇ ਉਹ ਦੱਸ ਰਹੇ ਨੇ ਵੀ ਇਸ ਤਰ੍ਹਾਂ ਜੀਵ ਸੰਸਾਰਿਕ ਪਦਾਰਥਾਂ ਦੇ ਵਿੱਚ ਗਲਤਾਨ ਆ, ਉਹਨਾਂ ਦੇ ਆਨੰਦ ਆਪਣੇ ਜਾਣੀ ਮਾਣ ਰਿਹਾ ਅਤੇ ਸੁੱਖ ਭੋਗ ਰਿਹਾ, ਪਰ ਇਹ ਨਹੀਂ ਦੇਖ ਰਿਹਾ ਕਿ ਵੀ ਮੈਂ ਉਹਦਾ ਨਾਂ ਨਹੀਂ ਲੈ ਰਿਹਾ, ਮੇਰੀ ਜਿਹੜੀ ਉਮਰ ਆ ਹੈਗੀ ਆ ਉਹ ਤਾਂ ਘਟ ਰਹੀ ਆ। ਇਸ ਤਰ੍ਹਾਂ ਹੀ ਕਹਿੰਦੇ ਜੀਵ ਦੀ ਚਿੰਤਾਵਾਂ ਦੇ ਵਿੱਚ ਇਹ ਜੀਵਨ ਰੂਪੀ ਰੈਨ ਲੰਘਦੀ ਜਾਂਦੀ ਆ। ਕਹਿੰਦੇ ਮਾਤਾ ਕਹਿੰਦੇ ਮਾਇਆ ਦੇ ਵਿੱਚ ਕਹਿੰਦੇ ਵੀ ਗਲਤਾਨ ਹੋਣ ਕਰਕੇ ਉਹਦੇ ਸੁੱਖ ਭੋਗਦਾ ਆਪਣੇ ਜਾਣੀ, ਕਹਿੰਦੇ ਵੀ ਪਰਮਾਤਮਾ ਦਾ ਨਾਂ ਤਾਂ ਜਪਦਾ ਹੀ ਨਹੀਂ ਹੈਗਾ, ਉਹਨੂੰ ਚੇਤੇ 'ਚ ਵਸਾਉਂਦਾ ਹੀ ਨਹੀਂ ਹੈਗਾ। ਦਰਮ ਕੀ ਛਾਇਆ ਨਿਹਚਲ ਗ੍ਰਹਿ ਬਾਂਧਿਆ, ਕਾਲ ਕੈ ਫਾਂਸ ਸਕਤ ਸਰ ਸਾਂਧਿਆ। ਕਹਿੰਦੇ ਜੇ ਕੋਈ ਰੁੱਖ ਦੀ ਛਾਂ ਨੂੰ ਸਮਝ ਕੇ ਕਹੇ ਵੀ ਪਤਾ ਨਹੀਂ ਇਹ ਰਹਿਣ ਵਾਲੀ ਆ, ਵੀ ਇੱਥੇ ਮੈਂ ਆਪਣਾ ਹੁਣ ਟਿਕਾਣਾ ਬਣਾ ਲਵਾਂ ਵੀ ਮੈਂ ਸੁੱਖ ਪਾਊਂਗਾ, ਕਹਿੰਦੇ ਉਹ ਤਾਂ ਫਿਰ ਵੀ ਰਹਿਣ ਵਾਲੀ ਨਹੀਂ ਹੈਗੀ। ਇਸ ਤਰ੍ਹਾਂ ਹੀ ਇਹ ਸੰਸਾਰ ਦੇ ਕਹਿੰਦੇ ਜਿਹੜੇ ਭੋਗ ਪਦਾਰਥ ਨੇ, ਇੱਕ ਤਾਂ ਕਹਿੰਦੇ ਜੀਵ ਦੇ ਉੱਪਰ ਮੌਤ ਦਾ ਡਰ ਹਮੇਸ਼ਾ ਰਹਿੰਦਾ, ਦੂਜੇ ਪਾਸੇ ਕਹਿੰਦੇ ਮਾਇਆ ਦੇ ਮੋਹ ਨੇ ਉਹਨੂੰ ਕਹਿੰਦੇ ਜਿੱਦਾਂ ਤੀਰ ਖਿੱਚੇ ਹੋਏ ਨੇ ਉਹਦੇ ਉੱਪਰ ਜੀਵ 'ਤੇ। ਬਾਲੂ ਕਿਨਾਰਾ ਤਰੰਗ ਮੁਖ ਆਇਆ, ਸੋ ਥਾਨ ਮੂੜ ਨਿਹਚਲ ਕਰ ਪਾਇਆ। ਕਹਿੰਦੇ ਜਿਸ ਤਰ੍ਹਾਂ ਜੀਵਨ ਮਨੁੱਖਾ ਇਸ ਤਰ੍ਹਾਂ ਹੈ ਜਿਵੇਂ ਕਹਿੰਦੇ ਕਹੀਏ ਵੀ ਦਰਿਆ ਦੇ ਕਿਨਾਰੇ ਰੇਤਲਾ ਕੰਢਾ ਹੋਏ, ਤਾਂ ਰੇਤ ਮਤਲਬ ਢਲਦੀ ਜਾਂਦੀ ਹੈ ਨਾ ਉੱਪਰੋਂ, ਵੀ ਉਹ ਪਾਣੀ ਰੋੜਦਾ ਜਾਂਦਾ। ਅਤੇ ਪਰ ਕਹਿੰਦੇ ਜਿਹੜਾ ਜੀਵ ਆ ਉਹ ਸਮਝਦਾ ਵੀ ਪਤਾ ਨਹੀਂ ਇਹ ਮੇਰਾ ਸਥਿਰ ਟਿਕਾਣਾ ਹੈਗਾ, ਇਹ ਜਿਹੜਾ ਵੀ ਮੈਂ ਪਤਾ ਨਹੀਂ ਇੱਥੇ ਬੈਠੇ ਹੀ ਰਹਿਣਾ ਹੈਗਾ, ਨਾਮ ਜਪਦਾ ਹੀ ਨਹੀਂ ਹੈਗਾ। ਸਾਧ ਸੰਗ ਜਪਿਓ ਹਰ ਰਾਏ, ਨਾਨਕ ਜੀਵੈ ਹਰ ਗੁਣ ਗਾਏ। ਕਹਿੰਦੇ ਸਾਧ ਦੀ ਸੰਗਤ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਜਪੋ। ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਆਤਮਿਕ ਜੀਵਨ ਪਾਉਂਦੇ ਨੇ। ਕਹਿੰਦੇ ਨਾਨਕ ਵੀ ਆਤਮਿਕ ਜੀਵਨ ਪਾ ਰਿਹਾ ਪਰਮਾਤਮਾ ਦੇ ਗੁਣ ਗਾਇਨ ਕਰਕੇ। ਆਸਾ ਮਹੱਲਾ ਪੰਜਵਾਂ, ਦੋ ਤੁਕੇ ਨੌ। ਉਨ ਕੈ ਸੰਗ ਤੂੰ ਕਰਤੀ ਕੇਲ, ਉਨ ਕੈ ਸੰਗ ਹਮ ਤੁਮ ਸੰਗ ਮੇਲ। ਉਨ ਕੈ ਸੰਗ ਤੁਮ ਸਭ ਕੋ ਲੋਰੈ, ਓਸ ਬਿਨਾ ਕੋ ਮੁਖ ਨਹੀਂ ਜੋਰੈ। ਤੇ ਬੈਰਾਗੀ ਕਹਾਂ ਸਮਾਏ, ਤਿਸ ਬਿਨ ਤੂੰ ਹੀ ਦੁਹੇਰੀ ਰੀ ਰਹਾਓ। ਹੁਣ ਇੱਥੇ ਉਸ ਚੀਜ਼ ਦੀ ਤਸਵੀਰ ਖਿੱਚਦੇ ਨੇ ਵੀ ਜਿਸ ਤਰ੍ਹਾਂ ਜੀਵ ਆਤਮਾ ਦਾ ਸਰੀਰ ਦੇ ਨਾਲ ਮੇਲ। ਕਹਿੰਦੇ ਜਦੋਂ ਤੱਕ ਸਰੀਰ ਦੇ ਵਿੱਚ ਜੀਵ ਆਤਮਾ ਹੈ ਅਤੇ ਸਰੀਰ ਮਤਲਬ ਤੁਰਿਆ ਫਿਰਦਾ ਹੈ ਆਪਣੇ, ਜਿੱਦਾਂ ਕਹਿੰਦੇ ਵੀ ਖੁਦ ਰੰਗ ਤਮਾਸ਼ੇ ਮਾਣ ਰਿਹਾ ਹੈ। ਅਤੇ ਜਦੋਂ ਤੱਕ ਜੀਵ ਆਤਮਾ ਜਿੰਦ ਸਰੀਰ ਵਿੱਚ ਹੈ ਉਦੋਂ ਤੱਕ ਕਹਿੰਦੇ ਤੇਰੇ ਸਾਰੇ ਸਾਕ ਸੰਬੰਧੀ ਨੇ, ਤੈਨੂੰ ਸਭ ਕੋਈ ਮਿਲਣਾ ਚਾਹੁੰਦਾ ਹੈ, ਤੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹੈ। ਅਤੇ ਜਦੋਂ ਕਹਿੰਦੇ ਜਿੰਦ ਦੇ ਨਿਕਲ ਜਾਂਦੀ ਆ ਸਰੀਰ ਦੇ ਵਿੱਚੋਂ, ਫਿਰ ਸਰੀਰ ਦੁਖੀ ਹੋ ਜਾਂਦਾ, ਫਿਰ ਸਰੀਰ ਤਾਂ ਹੈ ਹੀ ਨਹੀਂ ਕੁਛ। ਫਿਰ ਕਹਿੰਦੇ ਜਿਹੜੀ ਇਹ ਜਿੰਦ ਨਿਕਲਦੀ ਆ ਵੀ ਇਹ ਕਿੱਥੇ ਜਾ ਕੇ ਸਮਾ ਜਾਂਦੀ ਆ। ਵਾਹਿਗੁਰੂ ਜੀ ਵਾਹਿਗੁਰੂ। ਉਨ ਕੈ ਸੰਗ ਤੂੰ ਗ੍ਰਹਿ ਮਹਿ ਮਾਹਰ, ਉਨ ਕੈ ਸੰਗ ਤੂੰ ਹੋਈ ਹੈ ਜਾਹਰ। ਕਹਿੰਦੇ ਜਦੋਂ ਤੱਕ ਸਰੀਰ ਦੇ ਵਿੱਚ ਜੀਵ ਆਤਮਾ ਜਿੰਦ ਹੈ ਉਦੋਂ ਤੱਕ ਤੇ ਕਹਿੰਦੇ ਇਹ ਪ੍ਰਧਾਨ ਬਣੀ ਹੋਈ ਆਪਣੇ ਘਰ 'ਚ।
ਤੇ ਸਭ ਦੇ ਸਾਹਮਣੇ ਪ੍ਰਗਟ ਹੈ। ਉਨ ਕੈ ਸੰਗ ਤੂੰ ਰੱਖੀ ਪਪੋਲ, ਉਸ ਬਿਨਾ ਤੂੰ ਛੁਟਕੀ ਰੋਲ। ਜਦੋਂ ਤੱਕ ਤੇ ਕਹਿੰਦੇ ਕਾਇਆ ਸਰੀਰ ਦੇ ਵਿੱਚ ਜਿੰਦ ਹੈ, ਉਦੋਂ ਤੱਕ ਤੇ ਸਰੀਰ ਦੀ ਸਾਂਭ ਸੰਭਾਲ ਹੈ। ਜਦੋਂ ਜਿੰਦ ਨਿਕਲ ਗਈ ਫਿਰ ਤੇ ਕਹਿੰਦੇ ਉਹ ਰੁਲ ਗਈ ਕਾਇਆ। ਉਨ ਕੈ ਸੰਗ ਤੇਰਾ ਮਾਨ ਮਹਤ, ਉਨ ਕੇ ਸੰਗ ਤੁਮ ਸਾਕ ਜਗਤ। ਜਦੋਂ ਤੱਕ ਕਹਿੰਦੇ ਸਰੀਰ ਵਿੱਚ ਜਿੰਦ ਰਹਿੰਦੀ ਆ, ਉਹਨੂੰ ਆਦਰ ਮਾਣ ਮਿਲਦਾ, ਸਾਕ ਸੰਬੰਧੀਆਂ ਦਾ ਸਾਥ ਹੁੰਦਾ। ਉਨ ਕੈ ਸੰਗ ਤੇਰੀ ਸਭ ਬਿਧ ਥਾਟੀ, ਉਸ ਬਿਨਾ ਤੂੰ ਹੋਈ ਹੈ ਮਾਟੀ। ਜਦੋਂ ਤੱਕ ਤੇ ਕਹਿੰਦੇ ਸਰੀਰ ਵਿੱਚ ਜਿੰਦ ਰਹਿੰਦੀ ਆ, ਸਾਰਾ ਕੁਛ ਹੈ ਜੀਵਨ ਦੇ ਵਿੱਚ, ਜੋ ਕੰਮ ਧੰਦਾ ਹੋਰ ਸਭ ਕੁਛ ਹੈ। ਜਦੋਂ ਕਹਿੰਦੇ ਜਿੰਦ ਨਿਕਲ ਗਈ ਫਿਰ ਸਰੀਰ ਮਿੱਟੀ ਆ। ਉਹ ਬੈਰਾਗੀ ਮਰੇ ਨਾ ਜਾਏ, ਹੁਕਮੇ ਬਾਦਾ ਕਾਰ ਕਮਾਏ। ਕਹਿੰਦੇ ਜਿਹੜੀ ਜੀਵ ਆਤਮਾ, ਉਹ ਤੇ ਕਹਿੰਦੇ ਨਾ ਮਰਦਾ ਨਾ ਜੰਮਦਾ, ਉਹ ਤੇ ਵਾਹਿਗੁਰੂ ਦੀ ਅੰਸ਼ ਆ। ਕਹਿੰਦੇ ਉਹ ਤੇ ਪਰਮਾਤਮਾ ਦੇ ਹੁਕਮ ਦੇ ਵਿੱਚ ਬੱਧਾ ਹੋਇਆ ਜੀਵ ਦੇ ਸਰੀਰ ਵਿੱਚ ਆਉਂਦਾ। ਜੋੜ ਵਿਛੋੜੇ ਨਾਨਕ ਥਾਪ, ਆਪਣੀ ਕੁਦਰਤ ਜਾਣੈ ਆਪ। ਕਹਿੰਦੇ ਇਹ ਤੇ ਪਰਮਾਤਮਾ ਦੀ ਖੇਡ ਆ, ਪਰਮਾਤਮਾ ਦੀ ਕੁਦਰਤ ਆ। ਕਹਿੰਦੇ ਵੀ ਕਿਸ ਤਰ੍ਹਾਂ ਪਰਮਾਤਮਾ ਇੱਕ ਸਰੀਰ ਦੇ ਵਿੱਚ ਜੀਵ ਆਤਮਾ ਪਾ ਦਿੰਦਾ, ਤੇ ਕਿਸ ਤਰ੍ਹਾਂ ਉਸ ਜੀਵ ਆਤਮਾ ਦਾ ਸਰੀਰ ਦੇ ਨਾਲ ਜੋੜ ਕਰ ਦਿੰਦਾ, ਫਿਰ ਵਿਛੋੜ ਕਰ ਦਿੰਦਾ। ਜਦੋਂ ਕੋਈ ਜੀਵ ਪੈਦਾ ਹੁੰਦਾ, ਉਹ ਜਿੰਦ ਦਾ ਕਾਇਆ ਦੇ ਨਾਲ ਜੋੜ ਕਰ ਦਿੰਦਾ। ਜਦੋਂ ਕੋਈ ਜੀਵ ਮਰਦਾ ਤੇ ਉਹ ਜਿੰਦ ਦਾ ਕਾਇਆ ਨਾਲੋਂ ਵਿਛੋੜਾ ਕਰ ਦਿੰਦਾ। ਇਹ ਕਹਿੰਦੇ ਉਹਦੀ ਖੇਡ ਹੈ ਤੇ ਉਹੀ ਸਮਝੇ। ਇਹ ਜੀਵ ਦੇ ਹੱਥ ਵੱਸ ਨਹੀਂ, ਵੀ ਸਮਝ ਆ ਜਾਏ ਵੀ ਕਿਸ ਹਿਸਾਬ ਨਾਲ ਜੋੜੇ ਵਿਛੋੜੇ ਕਰਦਾ। ਆਸਾ ਮਹੱਲਾ ਪੰਜਵਾਂ। ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੈ ਨਾ ਹਮ ਕੜਿਆ। ਨਾ ਉਹ ਨਿਰਧਨ ਨਾ ਹਮ ਭੂਖੇ, ਨਾ ਉਸ ਦੁਖ ਨ ਹਮ ਕੋ ਦੁਖੈ। ਅਵਰ ਨ ਕੋ ਮਾਰਨ ਹਾਰਾ, ਜਿਉ ਹਮਾਰਾ ਜਿਉ ਦੇਨ ਹਾਰਾ ਰਹਾਓ। ਹਾਂਜੀ, ਇੱਥੇ ਸੰਗਤ ਜੀ ਇਹਨਾਂ ਤੁਕਾਂ ਦੇ ਵਿੱਚ ਜਦੋਂ ਕੋਈ ਜੀਵ ਮਤਲਬ ਪਰਮਾਤਮਾ ਦਾ ਨਾਮ ਜਪ ਕੇ ਉਹਦੇ ਨਾਲ ਅਭੇਦਤਾ ਵਾਲੀ ਅਵਸਥਾ ਪਾ ਲੈਂਦਾ, ਉਹਦੇ ਮਨ ਨੂੰ ਪੂਰਾ ਭਰੋਸਾ ਹੋ ਜਾਂਦਾ ਕਿ ਉਹਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ, ਇੱਕ ਚੀਜ਼ ਹੀ ਹੈ। ਤੇ ਫਿਰ ਉਹਦੇ ਵਿੱਚ ਇਹ ਮਤਲਬ ਸੋਚ ਆ ਜਾਂਦੀ ਹੈ। ਫਿਰ ਉਹ ਕਹਿੰਦਾ ਕਿ ਵੀ ਨਾ ਤਾਂ ਉਹ ਪਰਮਾਤਮਾ ਮਰਦਾ ਹੈ, ਤੇ ਜਦੋਂ ਉਹ ਨਹੀਂ ਮਰਦਾ, ਮੈਂ ਉਹਦੀ ਅੰਸ਼ ਹਾਂ, ਤੇ ਫਿਰ ਮੈਂ ਕਿਉਂ ਮੌਤ ਤੋਂ ਡਰਾਂ। ਕਹਿੰਦੇ ਜਦੋਂ ਉਹ ਪਰਮਾਤਮਾ ਕਦੇ ਖਤਮ ਨਹੀਂ ਹੁੰਦਾ, ਫਿਰ ਮੈਂ ਵੀ ਕਦੋਂ ਖਤਮ ਹੋਣਾ। ਕਹਿੰਦੇ ਫਿਰ ਮੈਂ ਕਿਉਂ ਮੌਤ ਤੋਂ ਡਰਾਂ, ਕਿਉਂ ਮੈਂ ਦੁਖੀ ਹੋਵਾਂ। ਕਹਿੰਦੇ ਉਹ ਪਰਮਾਤਮਾ ਮੇਰਾ ਗਰੀਬ ਨਹੀਂ ਹੈ, ਤੇ ਫਿਰ ਮੈਂ ਕਿਉਂ ਇਹ ਸੋਚਾਂ ਕਿ ਵੀ ਮੈਂ ਭੁੱਖਾ ਹੀ ਮਰ ਜਾਊਂਗਾ। ਕਹਿੰਦੇ ਜਦੋਂ ਉਹਨੂੰ ਕੋਈ ਦੁੱਖ ਨਹੀਂ, ਉਹ ਸਦਾ ਖਿੜਿਆ ਰਹਿੰਦਾ, ਆਨੰਦ ਵਿੱਚ ਰਹਿੰਦਾ, ਫਿਰ ਮੈਂ ਆਪ ਨੂੰ ਕਿਉਂ ਦੁਖੀ ਸਮਝਾਂ। ਉਹਦੇ ਤੋਂ ਬਿਨਾਂ ਕਹਿੰਦੇ ਮੈਨੂੰ ਕੋਈ ਮਾਰਨ ਵਾਲਾ ਨਹੀਂ ਗਾ। ਉਹ ਪਰਮਾਤਮਾ ਹੀ ਸਾਨੂੰ ਜਿੰਦ ਦਿੰਦਾ, ਉਹੀ ਸਾਨੂੰ ਮਾਰਦਾ। ਕਹਿੰਦੇ ਉਹ ਹਮੇਸ਼ਾ ਰਹਿਣ ਵਾਲਾ ਜੋ ਮੈਨੂੰ ਜਿੰਦ ਦਿੰਦਾ। ਨਾ ਉਸ ਬੰਧਨ ਨਾ ਹਮ ਬਾਧੇ, ਨਾ ਉਸ ਤੰਦਾ ਨਾ ਹਮ ਤਾਦੇ। ਕਹਿੰਦੇ ਜਦੋਂ ਉਹਨੂੰ ਕੋਈ ਵਿਕਾਰਾਂ ਦੇ ਬੰਧਨ ਨਹੀਂ, ਫਿਰ ਮੈਂ ਕੋਈ ਆਪਣੇ ਵਿਕਾਰਾਂ ਦੇ ਬੰਧਨ ਪਾਵਾਂ। ਜਦੋਂ ਕਹਿੰਦੇ ਉਹਨੂੰ ਕੋਈ ਸੰਸਾਰ ਦਾ ਜੰਜਾਲ ਧੰਦਿਆਂ 'ਚ ਨਹੀਂ ਮਤਲਬ ਬੰਨ੍ਹ ਸਕਦਾ, ਤਾਂ ਫਿਰ ਮੈਨੂੰ ਕਿਉਂ ਬੰਨੇ। ਨਾ ਉਸ ਮੈਲ ਨ ਹਮ ਕੋ ਮੈਲਾ, ਉਸ ਆਨੰਦਿਤ ਹਮ ਸਦ ਕੇਲਾ। ਜਦੋਂ ਕਹਿੰਦੇ ਪਰਮੇਸ਼ਰ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਤਾਂ ਫਿਰ ਮੈਨੂੰ ਵਿਕਾਰਾਂ ਦੀ ਮੈਲ ਕਿਉਂ ਲੱਗੇ। ਜਦੋਂ ਕਹਿੰਦੇ ਮੇਰਾ ਪਰਮਾਤਮਾ ਸਦਾ ਆਨੰਦ 'ਚ ਰਹਿੰਦਾ, ਸਤ ਚਿੰਤ ਆਨੰਦ ਹੈ, ਤਾਂ ਕਹਿੰਦੇ ਫਿਰ ਮੈਂ ਵੀ ਸਦਾ ਆਨੰਦ ਵਿੱਚ ਹੀ ਰਹਾਂ।
ना उस सोच न हमको सोचा, ना उस लेਪ न हमको ਪੋਚਾ। ਕਹਿੰਦੇ ਜਦੋਂ ਉਸ ਨੂੰ ਕੋਈ ਫਿਕਰ ਚਿੰਤਾ ਨਹੀਂ ਹੈ ਤਾਂ ਮੈਨੂੰ ਕਿਉਂ ਫਿਕਰ ਚਿੰਤਾ ਲੱਗੇ, ਜਦੋਂ ਮੈਂ ਉਹਦੀ ਅੰਸ਼ ਹਾਂ। ਜਦੋਂ ਉਸ ਨੂੰ ਮਾਇਆ ਦਾ ਲੇਪ ਨਹੀਂ ਹੈਗਾ ਤਾਂ ਮਾਇਆ ਦਾ ਮੋਹ ਮੈਨੂੰ ਕਿਉਂ ਲੇਪ ਲਾਏ। ਨਾ ਉਸ ਭੂਖ ਨ ਹਮਕੋ ਤ੍ਰਿਸ਼ਨਾ, ਜਾ ਉਹ ਨਿਰਮਲ ਤਾਂ ਹਮ ਜਚਨਾ। ਕਹਿੰਦੇ ਜਦੋਂ ਉਹਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਹੈਗੀ ਤਾਂ ਮੈਨੂੰ ਕਿਉਂ ਕਹਿੰਦੇ ਮਾਇਆ ਦੀ ਤ੍ਰਿਸ਼ਨਾ ਤੰਗ ਕਰੇ। ਜਦੋਂ ਮੇਰਾ ਪਰਮੇਸ਼ਰ ਪਵਿੱਤਰ ਸਰੂਪ ਆ ਤਾਂ ਫਿਰ ਮੈਂ ਵੀ ਸ਼ੁੱਧ ਹੋਇਆ ਨਾ। ਹਮ ਕਿਛ ਨਾਹੀਂ ਏਕੈ ਉਹੀ, ਆਗੈ ਪਾਛੈ ਏਕੋ ਸੋਈ। ਕਹਿੰਦੇ ਮੇਰੀ ਤਾਂ ਕੋਈ ਹਸਤੀ ਨਹੀਂ ਨਾ ਹੈਗੀ, ਮੈਂ ਤੇ ਪਰਮੇਸ਼ਰ ਦੀ ਅੰਸ਼ ਹਾਂ ਤੇ ਫਿਰ ਮੈਂ ਇੱਕ ਹੀ ਹੋਇਆ ਨਾ ਉਹਦੇ ਨਾਲ। ਇੱਥੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਦਾ ਉਹੀ ਅੰਗ ਸੰਗ ਹੈ, ਸਦਾ ਉਹੀ ਹੈ। ਨਾਨਕ ਗੁਰ ਖੋਏ ਭ੍ਰਮ ਪੰਗਾ, ਹਮ ਹੋਏ ਮਿਲ ਹੋਏ ਇਕ ਰੰਗਾ। ਨਾਨਕ ਗੁਰ ਖੋਏ ਭ੍ਰਮ ਪੰਗਾ, ਹਮ ਹੋਏ ਮਿਲ ਹੋਏ ਇਕ ਰੰਗਾ। ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਗੁਰੂ ਨੇ ਇਹ ਭ੍ਰਮ ਖਤਮ ਕਰ ਦਿੱਤਾ ਨਾ ਕਿ ਵੀ ਜੀਵ ਅਲੱਗ ਚੀਜ਼ ਆ ਤੇ ਪਰਮਾਤਮਾ ਅਲੱਗ ਆ, ਜਿਸ ਨੂੰ ਇਹ ਪਤਾ ਲੱਗ ਗਿਆ ਕਿ ਜੀਵ ਪਰਮਾਤਮਾ ਦੀ ਅੰਸ਼ ਆ ਤੇ ਜੀਵ ਆਤਮਾ ਤੇ ਆਤਮਾ ਇੱਕ ਚੀਜ਼ ਆ, ਉਦੋਂ ਤੋਂ ਫਿਰ ਜੀਵ ਨੂੰ ਪਰਮਾਤਮਾ ਤੇ ਇੰਨਾ ਭਰੋਸਾ ਵੱਧ ਜਾਂਦਾ, ਪਰਮਾਤਮਾ ਦੇ ਨਾਲ ਇੱਕ ਮਿਕਤਾ ਮਹਿਸੂਸ ਹੁੰਦੀ ਆ। ਫਿਰ ਉਹ ਪਰਮਾਤਮਾ ਦੇ ਰੰਗ ਵਿੱਚ ਰੰਗ ਕੇ ਪਰਮਾਤਮਾ ਨਾਲ ਅਭੇਦਤਾ ਮਹਿਸੂਸ ਕਰਦਾ। ਆਸਾ ਮਹੱਲਾ ਪੰਜਵਾਂ। ਅਨੇਕ ਭਾਂਤ ਕਰ ਸੇਵਾ ਕਰੀਐ, ਜਿਉ ਪ੍ਰਾਨ ਤਨ ਆਗੈ ਧਰੀਐ। ਪਾਣੀ ਪੱਖਾ ਕਰੂੰ ਤਜ ਅਭਿਮਾਨ, ਅਨੇਕ ਵਾਰ ਜਾਈਐ ਕੁਰਬਾਨ। ਸਾਈ ਸੁਹਾਗਣ ਜੋ ਪ੍ਰਭ ਪਾਈ, ਤਿਸ ਕੈ ਸੰਗ ਮਿਲੋ ਮੇਰੀ ਮਾਈ। ਰਹਾਓ। ਇੱਕ ਜੀਵ ਇਸਤਰੀ ਦੂਸਰੀ ਜੀਵ ਇਸਤਰੀ ਜਿਸ ਨੇ ਪਰਮਾਤਮਾ ਦਾ ਸੰਗ ਪਾ ਲਿਆ, ਜਿਸ ਨੂੰ ਪਰਮਾਤਮਾ ਦਾ ਮਿਲਾਪ ਹੋ ਗਿਆ, ਜਿਸ ਨੇ ਪਰਮਾਤਮਾ ਦਾ ਅਨੁਭਵ ਪਾ ਲਿਆ, ਉਹ ਇਸਤਰੀ ਲਈ ਦੂਸਰੀ ਜੀਵ ਇਸਤਰੀ ਕਹਿੰਦੀ ਆ ਕਿ ਇਹਦੇ ਲਈ ਜਿਸ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਕਹਿੰਦੇ ਮੈਂ ਇਹਦੀ ਬਹੁਤ ਤਰੀਕਿਆਂ ਨਾਲ ਸੇਵਾ ਕਰਾਂ। ਮੈਂ ਆਪਣੇ ਜਿੰਦ ਪ੍ਰਾਣ ਧਨ ਸਭ ਕੁਝ ਕਹਿੰਦੇ ਇਹਨੂੰ ਅਰਪਣ ਕਰ ਦੇਵਾਂ, ਇਹਦੇ ਲਈ ਪਾਣੀ ਭਰਾਂ, ਇਹਨੂੰ ਪੱਖਾ ਝੱਲਾਂ, ਆਪਣਾ ਹੰਕਾਰ ਛੱਡ ਦਿਆਂ। ਮੈਂ ਇਹ ਤੋਂ ਬਾਰ-ਬਾਰ ਸਦਕੇ ਜਾਵਾਂ ਜਿਹਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਪਰ ਕਹਿੰਦੇ ਉਹੀ ਸੁਹਾਗ ਭਾਗ ਵਾਲੀ ਆ ਜੋ ਪਰਮਾਤਮਾ ਜਿਹਦੇ ਤੇ ਪ੍ਰਸੰਨ ਹੋ ਗਿਆ। ਜਿਸ ਜੀਵ ਇਸਤਰੀ ਤੇ ਪਰਮਾਤਮਾ ਪ੍ਰਸੰਨ ਹੋ ਗਿਆ ਉਹਦੇ ਵੱਡੇ ਭਾਗ ਜਾਗ ਪਏ। ਕਹਿੰਦੇ ਮੈਨੂੰ ਉਹਦੀ ਸੰਗਤ ਮਿਲ ਜਾਏ ਮੇਰੀ ਮਾਈ, ਜਿਸ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਦਾਸਨ ਦਾਸੀ ਕੀ ਪਨਿਹਾਰ, ਉਨ ਕੀ ਰੇਣ ਬਸੈ ਜੀ ਨਾਲ। ਕਹਿੰਦੇ ਮੈਂ ਤਾਂ ਉਹਦੀਆਂ ਦਾਸੀਆਂ ਦੀ ਦਾਸੀ ਹੋ ਜਾਵਾਂ, ਉਹਦੇ ਦਾਸੀਆਂ ਦਾ ਪਾਣੀ ਭਰਨ ਵਾਲੀ ਬਣ ਜਾਵਾਂ। ਮੈਂ ਉਹਦੀ ਜਿਹੜੀ ਚਰਨ ਧੂੜ ਆ ਮੇਰੀ ਜਿੰਦ ਦੇ ਨਾਲ ਵਸੇ, ਜਿਹਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਜਿਹਨੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲਿਆ। ਮਾਥੇ ਭਾਗ ਤਾਂ ਪਾਵੋ ਸੰਗ, ਮਿਲੇ ਸੁਆਮੀ ਆਪਣੇ ਰੰਗ। ਕਹਿੰਦੇ ਜਿਸ ਦੇ ਮਾਥੇ ਭਾਗ ਤਾਂ ਪਾਵੋ ਸੰਗ, ਕਹਿੰਦੇ ਜਿਹਦੇ ਮੱਥੇ ਦੇ ਵੱਡੇ ਭਾਗ ਨੇ, ਕਹਿੰਦੇ ਉਹ ਉਸ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਦੇ ਨੇ ਤੇ ਪਰਮਾਤਮਾ ਆਪ ਆਪਣੇ ਰੰਗ ਵਿੱਚ ਉਸ ਜੀਵ ਨੂੰ ਮਿਲਦਾ ਹੈ। ਕਹਿੰਦੇ ਉਹ ਵੱਡੇ ਭਾਗਾਂ ਵਾਲੇ ਨੇ। ਜਾਪ ਤਾਪ ਦੇਵੋ ਸਭ ਨੇਮਾ, ਕਰਮ ਤਰਪ ਅਰਪੋ ਸਭ ਹੋਮਾ। ਕਹਿੰਦੇ ਬਾਕੀ ਸਾਰੇ ਮੇਰੇ ਹੋਰ ਜਪ ਤਪ ਹੋਰ ਨੇਮ, ਕਹਿੰਦੇ ਹੋਰ ਧਾਰਮਿਕ ਕਰਮ ਸਭ ਕੁਝ ਕਹਿੰਦੇ ਮੈਂ ਛੱਡ ਦੇਵਾਂ, ਸਿਰਫ ਉਸ ਜੀਵ ਦਾ ਸਾਥ ਪ੍ਰਾਪਤ ਕਰਨ ਦੇ ਲਈ ਜਿਸ ਨੇ ਪਰਮਾਤਮਾ ਨੂੰ ਪਾ ਲਿਆ।
ਗਰਬ ਮੋਹ ਤਜ ਹੋਵੋ ਰੇਨ, ਉਨਕੈ ਸੰਗ ਦੇਖੂੰ ਪ੍ਰਭ ਨੈਨ। ਕਹਿੰਦੇ ਮੈਂ ਆਪਣਾ ਹੰਕਾਰ ਛੱਡ ਕੇ ਦੂਸਰਿਆਂ ਦੇ ਕਹਿੰਦੇ ਚਰਨ ਧੂੜ ਹੋ ਜਾਵਾਂ, ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਆ। ਉਹਨਾਂ ਦੀ ਸੰਗਤ ਵਿੱਚ ਮੈਂ ਵੀ ਪਰਮਾਤਮਾ ਨੂੰ ਅੱਖਾਂ ਰਾਹੀਂ ਦੇਖ ਸਕਾਂ। ਅੱਖਾਂ ਰਾਹੀਂ ਦੇਖਣਾ ਤੇ ਇਸ ਤਰ੍ਹਾਂ ਹੀ ਹੈ ਨਾ ਕਿ ਜਿਸ ਤਰ੍ਹਾਂ ਪਰਮਾਤਮਾ ਤੇ ਰੂਪ ਨਾ ਰੰਗ ਨਾ ਰੇਖ ਕੋਈ ਤ੍ਰਿਗੁਣ ਤੋਂ ਪ੍ਰਭ ਭਿੰਨ ਹੈ। ਤੇ ਇਹੀ ਹੈ ਕਿ ਉਹਦਾ ਅੰਦਰ ਅਨੁਭਵ ਹੋ ਜਾਣਾ, ਉਹਦਾ ਆਨੰਦ ਆ ਜਾਣਾ ਪਰਮਾਤਮਾ ਦਾ। ਵਾਹਿਗੁਰੂ ਜੀ। ਨਿਮਖ ਨਿਮਖ ਇਹੀ ਆਰਾਧੋਂ, ਦਿਨ ਸਰੈਣ ਇਹ ਸੇਵਾ ਸਾਧੋਂ। ਕਹਿੰਦੇ ਮੈਂ ਦਿਨ ਰਾਤ ਇਹੀ ਪਰਮਾਤਮਾ ਦੀ ਸੇਵਾ ਭਗਤੀ ਕਰਾਂ। ਕਹਿੰਦੇ ਪਲ ਪਲ ਮੈਂ ਪਰਮਾਤਮਾ ਦਾ ਨਾਮ ਜਪਾਂ। ਪਏ ਕਿਰਪਾਲ ਗੋਪਾਲ ਗੋਬਿੰਦ, ਸਾਧ ਸੰਗ ਨਾਨਕ ਬਖਸ਼ਿੰਦ। ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਕਿਰਪਾਲ ਹੋ ਜਾਂਦੇ ਨੇ, ਧਰਤੀ ਨੂੰ ਪਾਲਣ ਵਾਲਾ ਪਰਮੇਸ਼ਰ ਗੋਬਿੰਦ ਕਹਿੰਦੇ ਜਦੋਂ ਮਿਹਰ ਕਰਦਾ ਹੈ, ਸਾਧ ਸੰਗਤ ਦੇ ਵਿੱਚ ਰੱਖ ਕੇ, ਗੁਰੂ ਦੀ ਸ਼ਰਨ ਵਿੱਚ ਰੱਖ ਕੇ ਜੀਵ ਨੂੰ ਬਖਸ਼ ਦਿੰਦਾ ਹੈ। ਜੀਵ ਦਾ ਇਸ ਭਵਜਲ ਤੋਂ ਪਾਰ ਉਤਾਰਾ ਕਰ ਦਿੰਦਾ ਹੈ ਉਹ ਪਰਮੇਸ਼ਰ ਜਦੋਂ ਮਿਹਰ ਦੀ ਨਜ਼ਰ ਕਰਦਾ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਭੁੱਲਾਂ ਬਖਸ਼ਣੀਆਂ ਸੰਗਤ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਅਨੇਕਾਂ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ, ਅੱਗੇ ਤੋਂ ਸਮੱਤ ਬਖਸ਼ਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ।